ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸਲੋਕ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡਨੈ। ਬਿਸਰੰਤ ਹਰਿ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵ ਖੰਡਨੈ। ਬਿਸਰੰਤ ਹਰਿ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ। ਕੌਤਕ ਕੁਹੜ ਤਮਾਸਿਆ, ਚਿਤ ਨ ਆਵਸ ਨਾਉ। ਨਾਨਕ ਕੂੜੀ ਨਰਕ ਬਰਾਬਰੇ, ਉਜੜ ਸੋਈ ਥਾਉ ਪੌੜੀ। ਮਹਾ ਭਿਆਨ ਉਦਿਆਨ, ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ, ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ, ਫਿਰੇ ਦੇਵਾਨਿਆ। ਸਿਰ ਲੱਗਾ ਜਮ ਡੰਡ, ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ, ਫਿਰੈ ਸ਼ੈਤਾਨਿਆ। ਸਿਰ ਲੱਗਾ ਜਮ ਡੰਡ, ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ, ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ
ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਸੰਤ ਸਵਰਗ ਲੋਕਾ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਜੈਤਸਰੀ ਦੀ ਵਾਰ ਦੇ ਵਿੱਚੋਂ ਪੌੜੀ ਨੰਬਰ 9 ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਔਰ ਹਰ ਇੱਕ ਪੌੜੀ ਦੇ ਨਾਲ ਇੱਕ ਇੱਕ ਸ਼ਲੋਕ ਹੈ, ਜੋ ਸ਼ਲੋਕ ਵੀ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੇ ਨੇ। ਅੰਗ ਨੰਬਰ 707 ਅਤੇ 708 ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਔਰ ਪੌੜੀ ਦੇ ਅੰਦਰ ਸਾਨੂੰ ਜੋ ਸਮਝਾਉਣਾ ਕੀਤਾ ਹੈ, ਅੱਜ ਦਾ ਉਪਦੇਸ਼ ਹੈ। ਅਸਲ ਵਿੱਚ ਮਨ ਨੂੰ ਸਮਝਾਇਆ ਕਿ ਮਨਾ ਦੇਖ, ਇਹ ਦੁਨੀਆ ਦੇ ਰੰਗ ਤਮਾਸ਼ੇ ਜਿੰਨੇ ਮਰਜ਼ੀ ਤੂੰ ਦੇਖ, ਪਰ ਜੇ ਕੇਵਲ ਤੇ ਕੇਵਲ ਇਹਨਾਂ ਰੰਗ ਤਮਾਸ਼ਿਆਂ ਦੇ ਵਿੱਚ ਫਸ ਗਿਆ ਤੇ ਫਿਰ ਵੇਖਣ ਨੂੰ ਭਾਵੇਂ ਲੱਗਦਾ ਹੋਏਗਾ ਤੈਨੂੰ ਕਿ ਰੌਣਕ ਮੇਲਾ ਬੜਾ ਹੈ, ਸਵਰਗ ਵਰਗੀ ਧਰਤੀ ਹੈ। ਜੇ ਰੱਬ ਭੁੱਲ ਗਿਆ ਤੇ ਇਹ ਕੋਟ ਤਮਾਸ਼ੇ, ਕੌਤਕ ਤਮਾਸ਼ੇ ਤੇਰੇ ਲਈ ਅਸਲ ਵਿੱਚ ਨਿਰਾ ਹੀ ਕੂੜ ਹੈ, ਇਹ ਤੇਰੇ ਲਈ ਨਿਰਾ ਹੀ ਉਜਾੜ ਹੈ। ਤੇ ਜੇ ਇਸ ਕੋੜ ਤੋਂ ਬਚਣਾ ਹੈ, ਇਸ ਬੀਆਬਾਨ ਜੰਗਲ ਤੋਂ ਬਚਣਾ ਹੈ, ਤੇ ਉਹਦੇ ਲਈ ਕੇਵਲ ਤੇ ਕੇਵਲ ਇੱਕੋ ਤਰੀਕਾ ਹੈ, ਗੁਰੂ ਦਾ ਨਾਮ, ਪਰਮੇਸ਼ਰ ਦੀ ਬੰਦਗੀ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਪਹਿਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਬਸੰਤ ਸਵਰਗ ਲੋਕਾ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਸੰਤ ਦਾ ਆਖਰੀ ਅਰਥ ਇੱਥੇ ਵਸਦਾ ਹੋਵੇ। ਬਸੰਤ ਦੇ ਤੱਤੇ ਨੂੰ ਸਿਆਰੀ ਹੈ। ਬੰਦਾ ਵਸਦਾ ਹੋਵੇ ਤੇ ਕਿੱਥੇ? ਕਹਿੰਦੇ ਸਵਰਗ ਲੋਕਾ ਹੈ। ਲੋਕਾਂ ਦਾ ਅਰਥ ਕਰਾਂਗੇ ਧਰਤੀ, ਕਿ ਜਿਹੜੇ ਸਵਰਗ ਵਰਗੀ ਧਰਤੀ ਹੈ ਉੱਥੇ ਬੰਦਾ ਵਸਦਾ ਹੋਏ। ਔਰ ਧਰਤੀ ਵੀ ਕੇਵਲ ਇੱਕ ਸ਼ਹਿਰ ਨਹੀਂ, ਇੱਕ ਦੇਸ਼ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। 9 ਖੰਡ ਜਿੰਨੇ ਕੁ ਨਜ਼ਰ ਵਿੱਚ ਆਉਣ ਵਾਲੀ ਧਰਤੀ ਹੈ। ਔਰ ਇਹ 9 ਖੰਡ ਧਰਤੀ ਦਾ ਵਰਣਨ ਕੀਤਾ ਹੈ ਸਤਿਗੁਰੂ ਜੀ ਨੇ, ਕਿ 9 ਖੰਡ ਉਹ ਨੇ ਜਿਨ੍ਹਾਂ ਤੱਕ ਪਹੁੰਚ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਧਰਤੀ ਤੇ ਉੱਥੋਂ ਤੱਕ ਹੈ ਜਿੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਕਿ ਧਰਤੀ ਹੋਰ ਪਰੇ, ਹੋਰ ਪਰੇ ਤੋਂ ਪਰੇ ਹੈ। ਪਰ 9 ਖੰਡ ਜਿੰਨੇ ਧਰਤੀ ਜਿੱਥੋਂ ਤੱਕ ਪਹੁੰਚੇ, ਸਾਰੇ ਦੇ ਸਾਰੇ ਨੂੰ ਜਿੱਤ ਲਵੇ। ਸਵਰਗਾਂ ਵਰਗੇ ਸੁੱਖ ਹੋਣ, ਸਵਰਗਾਂ ਵਰਗੀ ਧਰਤੀ ਬਣਾ ਲਵੇ।
पर कहते धन गुरु अर्जन देव जी फिर की होएगा, ये तेनों लगता कि स्वर्ग है, पर बिसरंत हर गोपालै, जे ये सारा कुछ इकट्ठा कर भी लवे, इकट्ठा करना माड़ा नहीं, पर अगली गल चेते रखी, बिसरंत हर गोपालै, गोद अर्थ धरती ते पालै दा अर्थ पालना करने वाला। बिसरंत हर को पालै, जे उस धरती की पालना करने वाले रब नूं भुल गया। फिर धन गुरु अर्जन देव जी कहते ने, नानक ते प्राणी उद्यान भरमण है, ते फिर ये धरती तेरे लिए स्वर्ग नहीं, सिर्फ तेनों भुलेखा पैंदा कि स्वर्ग वर्गी लगती है। वैसे कई बार बेनती की कि गुरमत ने नरक स्वर्ग जिहड़ा है किते बाद मरण तो बाद वाले नहीं मन्निया। ये घर परिवार संसार दे विच रहना है, और गुरु साहब तो इतों तक कहते हैं मर्जी तेरी है, जिउंदियां जी नरक भी ने स्वर्ग भी ने, कि तू स्वर्गा च रहना कि नरका च रहना मर्जी तेरी है। समझाउणा गुरु ने है, अगे समझ लवे तो तेरे लिए स्वर्ग ही स्वर्ग ने, ते जे ना समझे मन के पिछे चले तो फिर जिउंदे जी नरकां विच ही है। हुण गुरु साहब जी कहते हैं भाई नहीं, जे रब भुल गया तो फिर स्वर्गा वर्गी धरती नहीं, असल विच बीआं बाण जंगल है। नानक ते प्राणी उद्यान भरमण, मनुख ते इस तरह है जिवें जंगल दे विच भटकदिया होवे। कौतक कूड़ तमाशिया चित न आव सुनाओ, तो इवें दी हालत हुंदी क्यों है। हुण जिहड़ा भटकणा दे विच पै जावे ना, तो भटकणा दे विचों छेती निकलना औखा बहुत है, निकलिया नहीं जाता। भाई साहब भाई गुरदास जी ने सानू कई उदाहरणां भी दित्तियां ने कि भटकणा इन्नी खतरनाक है कि जिहड़ा इस भटकणा दे विच फस जे, फिर वो भटकणा दे विच 84 का गेड़ा कट ही रखता है, भटकणा दे विचों निकलदा ही नहीं। जिवें किसी नदी दे विच घुम्मण घेरे च कोई फस जे, उहदे विचों छेती निकलदा नहीं। और भाई साहब जी उदाहरण दिंदे ने कि भटकणा दे विच आके एक हिरन नूं भुलेखा पैंदा है कि दूर रेत चमकदी है, समझदा पानी है, भज के दौड़ के जाता, पर पानी कित्थे, रेत होर दौड़दा है, होर चमक पैंदी है। बस भाई साहब जी कहते हैं साडी हालत जिहड़े भरम दे विच पै के बिल्कुल इस तरह की, सानू लगता कि ये स्वर्ग है, सानू लगता कि उत्थे स्वर्ग मिलेगा। बस स्वर्गां दे पिछे भज भज के असीं जिहड़ा वर्तमान स्वर्ग है उहनूं बाणी ही नहीं, इत्थे जो कुछ करना है उसनूं भुल ही गए। और भाई साहब जी कहते हैं जे चमकदी हुई रेत नूं पानी समझेगा भाई सिखा, तो हकीकत है कि इस रेत दे विच इहदे पिछे भज भज के मौत तो हो जाएगी, पर पानी लभना नहीं। जो मृग तृष्णा नूं धावै मृग त्रिखावंत, आवत न शात परम परमत हरानू है। हुण अगे सतगुरु धन गुरु अर्जन देव जी कहते हैं ये भटकना ही है कि कौतुक कोड़ तमाशिया, कोड़ का अर्थ करोड़ा, ये रब दे बनाए हुए तमाशे ने, पर इन्हां करोड़ा तमाशियां दे विच फस के चेतना आवस ना हो। जिन्हें तमाशे बनाए, जिन्हें जगत बनाया, वो चित ही नहीं आया, वो चित विच आउंदा ही नहीं, क्योंकि मन उस पासे नूं चलदा ही नहीं। हुण देखो एक साडा सवाल तकरीबन सब दा हुंदा है कि पाठ भी करीदा है, नितनेम भी रोज़ करीदा है, पर उस पाठ दे विच नितनेम दे विच मन नहीं लगता। और मन ने लगना नहीं, मन नूं ते लाउणा पैना है। मन नहीं लगता, मन भजदा है। और बहुतिਆਂ ਦੇ ਨਾਲ वापरदी है कि जदों गुटका साहब लैके बईए गुरु घर दे विच आईए, ये मन शैतान इन्ना कि घरों तो लै आउंदा, गुरु घर छड्ड के आप चले जाता है, तो उन्हां थावां ते जांदा कि जिथे शायद घर बैठे नहीं जाता।
ਇਵੇਂ ਦੇ ਗੰਦੇ ਫੁਰਨੇ ਅੰਦਰ ਉਦੋਂ ਬਣਦੇ ਨੇ ਜਦੋਂ ਗੁਟਕਾ ਸਾਹਿਬ ਲੈ ਕੇ ਬਈਏ। ਔਰ ਮੈਂ ਬੇਨਤੀ ਕੀਤੀ, ਤਕਰੀਬਨ ਸਾਰੇ ਨਹੀਂ ਪਰ ਤਕਰੀਬਨ ਬਹੁਤਿਆਂ ਦੀ ਹਾਲਤ ਇਵੇਂ ਦੀ ਹੈ ਕਿ ਕਰਨੇ ਪਾਠ ਹਾਂ ਪਰ ਮਨ ਉੱਥੇ ਹੈ ਹੀ ਨਹੀਂ, ਮਨ ਹੋਰ ਪਾਸੇ ਭੱਜਿਆ ਹੈ। ਫਿਰ ਸਤਿਗੁਰੂ ਜੀ ਨੇ ਸਮਝਾਇਆ ਕਿ ਕੂੜ ਤਮਾਸ਼ਾ ਵੇਖੇ ਜੇ ਰੱਬ ਚੇਤੇ ਨਹੀਂ ਨਾ, ਤੇ ਦੇਖ ਇਹ ਸਵਰਗ ਵੀ ਨਹੀਂ, ਸਵਰਗ ਵਰਗੀ ਧਰਤੀ ਵੀ ਨਹੀਂ, ਤੇਰੇ ਲਈ ਭਿਆਨਕ ਨਰਕ ਦੇ ਬਰਾਬਰ ਹੈ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾਨਕ ਕੂੜੇ ਨਰਕ ਬਰਾਬਰ, ਕੂੜੀ ਦਾ ਅਰਥ ਤੇ ਭਿਆਨਕ, ਭਿਆਨਕ ਨਰਕ ਦੇ ਬਰਾਬਰ ਹੈ ਇਹ ਜੀਵਨ, ਇਹ ਨਿਰਾ ਹੀ ਉਜਾੜ ਹੈ। ਹੁਣ ਸਤਿਗੁਰੂ ਜੀ ਕਿਰਪਾ ਕਰੋ, ਮਨ ਲੱਗਦਾ ਨਹੀਂ, ਮਨ ਲੱਗੇ ਕਿਵੇਂ? ਤੇ ਧੰਨ ਗੁਰੂ ਰਾਮਦਾਸ, ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੇ ਵਿੱਚ ਇਹ ਸਾਨੂੰ ਰੋਜ਼ ਹੀ ਸਮਝਾਉਂਦੇ ਨੇ, ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਦੇਖ ਮਨਾ, ਤੂੰ ਚੱਲਣਾ ਤਾਂ ਹੈ, ਔਰ ਇਸ ਮਨ ਨੂੰ ਆਪਾਂ ਯਤਨ ਕਰਨੇ ਕਿ ਰੋਕ ਲਈਏ। ਪਰ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹੀਏ, ਵਿਚਾਰਧਾਰਾ ਨੂੰ ਪੜ੍ਹੀਏ, ਤੇ ਅਸਲ ਵਿੱਚ ਲੱਗਦਾ ਕਿ ਮਨ ਨੂੰ ਰੋਕਣਾ ਨਹੀਂ, ਇਹਨੂੰ ਚਲਾਉਣਾ ਹੈ। ਪਰ ਇਹਦੇ ਘੱਟੋ ਘੱਟ ਸਾਨੂੰ ਬ੍ਰੇਕਾਂ ਲਾਉਣੀਆਂ ਆ ਜਾਣ ਕਿ ਕਿੱਥੋਂ ਰੋਕਣਾ ਤੇ ਕਿਹੜੇ ਪਾਸੇ ਨੂੰ ਚਲਾਉਣਾ ਹੈ। ਬਸ ਇਹ ਸੰਸਾਰ ਵੱਲੋਂ ਰੁਕ ਜਾਏ, ਇੱਧਰ ਮਾੜੇ ਕੰਮਾਂ ਵੱਲੋਂ ਬ੍ਰੇਕਾਂ ਲੱਗ ਜਾਣ, ਰੱਬ ਵਾਲੇ ਪਾਸੇ ਚੱਲ ਜਾਏ। ਇਹ ਮਨ ਨੂੰ ਤੇ ਗੁਰੂ ਸਾਹਿਬ ਜੀ ਨੇ ਹਾਥੀ ਵੀ ਕਿਹਾ ਹੈ, ਘੋੜਾ ਵੀ ਕਿਹਾ ਹੈ, ਔਰ ਕਈਆਂ ਜਾਨਵਰਾਂ ਦੇ ਨਾਲ ਤੁਲਨਾ ਵੀ ਦਿੱਤੀ ਹੈ। ਇਹ ਕਹਿ ਲਈਏ ਕਿ ਮਨ ਇੱਕ ਸਵਾਰੀ ਹੈ, ਰੱਬ ਦੇ ਘਰ ਤੱਕ ਜਾਣਾ ਤੇ ਜਾਣਾ ਮਨ ਦੀ ਸਵਾਰੀ ਕਰਕੇ ਹੈ। ਹੁਣ ਦੇਖੋ, ਬੰਦੇ ਨੇ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਹੋਸ਼ ਸੰਭਾਲੀ, ਇਹਨੇ ਜਿਹੜੇ ਜਾਨਵਰ ਇਹਨੇ ਜਿਹੜਾ ਫੜਿਆ, ਜਿਹਨੂੰ ਲੱਗਦਾ ਸੀ ਕਿ ਸਾਡੇ ਕੰਮ ਆ ਸਕਦਾ ਹੈ, ਜੇ ਘੋੜਾ ਫੜਿਆ ਘੋੜੇ ਨੂੰ ਲਗਾਮ ਪਾ ਦਿੱਤੀ ਕਿ ਇਹਦੇ ਤੋਂ ਕੰਮ ਲਿਆ ਜਾ ਸਕਦਾ ਹੈ, ਜੇ ਊਂਟ ਫੜੇ ਇਹਦੇ ਨਕੇੜ ਪਾ ਦਿੱਤੀ ਕਿ ਇਹਦੇ ਤੋਂ ਕੰਮ ਬੜਾ ਲਿਆ ਜਾ ਸਕਦਾ ਹੈ। ਹਾਥੀ ਨੂੰ ਫੜ ਲਿਆ, ਏਡੇ ਵੱਡੇ ਜਾਨਵਰ, ਉਹਨਾਂ ਨੂੰ ਬੰਦੇ ਨੇ ਫੜਿਆ ਤੇ ਉਹਨਾਂ ਨੂੰ ਰੋਕਣ ਦਾ ਕੋਈ ਨਾ ਕੋਈ ਜੁਗਾੜ ਲਾਇਆ। ਹੁਣ ਇਹ ਜਿਹੜੇ ਸਾਡੀਆਂ ਸਵਾਰੀਆਂ ਬਣੀਆਂ, ਇਹ ਸਵਾਰੀਆਂ ਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਜਾਣਗੀਆਂ, ਪਰ ਹਕੀਕਤ ਹੈ ਕਿ ਜੇ ਰੱਬ ਦੇ ਘਰ ਜਾਣਾ ਹੈ ਫਿਰ ਸਵਾਰੀ ਤੇ ਫਿਰ ਵੀ ਚਾਹੀਦੀ ਹੈ, ਔਰ ਉਹ ਸਵਾਰੀ ਚਾਹੀਦੀ ਮਨ ਦੀ। ਤੇ ਜੇ ਮਨ ਨੂੰ ਆਪਾਂ ਕਹੀਏ ਇੱਕ ਥਾਂ ਤੇ ਰੋਕ ਹੀ ਲਈਏ, ਤੇ ਰੁਕਿਆ ਹੋਇਆ ਤੇ ਕਿਸੇ ਥਾਂ ਤੇ ਪਹੁੰਚੇਗਾ ਨਹੀਂ ਨਾ। ਬਸ ਕਰਨਾ ਇਹ ਹੈ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਮਝਾਇਆ ਕਿ ਅਸੀਂ ਮਨ ਦੇ ਪੂਛ ਫੜ ਕੇ ਇਹਦੇ ਪਿੱਛੇ ਭੱਜਣਾ ਨਹੀਂ, ਸਗੋਂ ਮਨ ਦੀ ਸਵਾਰੀ ਕਰਨੀ ਤੇ ਇਸ ਮਨ ਨੂੰ ਲਗਾਮਾਂ ਪਾ ਕੇ ਰੱਖਣੀਆਂ ਨੇ। ਲਗਾਮ ਪਾਉਣੀ ਗੁਰੂ ਦੇ ਸ਼ਬਦ ਦੀ, ਕਿ ਇਹ ਜੇ ਮਾੜੇ ਪਾਸੇ ਜਾਣ ਲੱਗੇ, ਇਹਨੂੰ ਖਿੱਚ ਕੇ ਗੁਰੂ ਦੇ ਸ਼ਬਦ ਦੀ ਲਗਾਮ ਪਾ ਕੇ ਇਹਨੂੰ ਗੁਰੂ ਵਾਲੇ ਪਾਸੇ ਲੈ ਕੇ ਆ। ਇਹਨੇ ਬਾਰ-ਬਾਰ ਭਜਣਾ। ਹੋਰ ਭੱਟ ਚੰਦ ਜੀ ਨੇ ਇਹ ਪਾਵਨ ਬਚਨ ਕਹੇ ਨੇ ਕਿ ਮਨ ਲੋਚੈ ਬੁਰਿਆਈਆਂ, ਇਹ ਤੇ ਬੁਰਿਆਈਆਂ ਹੀ ਲੋਚਦਾ, ਇਹਨੇ ਤੇ ਬੁਰੇ ਪਾਸੇ ਲੈ ਕੇ ਜਾਣਾ ਹੈ, ਪਰ ਮਨ ਦੇ ਪਿੱਛੇ ਨਹੀਂ ਚੱਲਣਾ, ਇਹਨੂੰ ਲਗਾਮ ਪਾਉਣੀ ਹੈ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੇ, ਇਹ ਮਨ ਹੋੜੀਐ, ਗੁਰੂ ਦੇ ਸ਼ਬਦ ਨਾਲ ਇਹਨੂੰ ਰੋਕਣਾ ਹੈ। ਉਰੇ ਭੱਟ ਚੰਦ ਜੀ ਦਾ ਦੋਹਰਾ ਹੈ, ਗੁਰੂ ਸਾਹਿਬ ਦੀ ਬਾਣੀ ਨਹੀਂ। ਉੱਥੇ ਭੱਟ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋਡੀਐ, ਇਹਨੂੰ ਲਗਾਮਾਂ ਪਾਉਣੀਆਂ ਨੇ, ਗੁਰੂ ਦੇ ਸ਼ਬਦ ਨਾਲ ਰੋਕਣਾ ਹੈ। ਹੁਣ ਘੋੜਾ ਕੀਮਤੀ ਹੋਵੇ ਤੇ ਘੋੜੇ ਦੇ ਅਰਥ ਅੱਜ ਗੱਡੀ ਕਰ ਲਈਏ, ਬੜੀ ਕੀਮਤੀ ਗੱਡੀ ਹੋਵੇ, ਕਰੋੜਾਂ ਦੀ ਹੋਵੇ, ਤੇ ਕੋਈ ਇਹ ਕਹੇ ਕਿ ਭਾਈ ਇਹਦੇ ਵਿੱਚ ਬਹਿ ਜਾ, ਪਹਾੜੀ ਰਸਤਾ ਹੈ, ਇਹਨੂੰ ਜੇ ਤੂੰ ਚਲਾ ਕੇ ਲੈ ਜੇ ਤੇ ਗੱਡੀ ਤੇਰੀ। ਬੰਦਾ ਖੁਸ਼ੀ ਨਾਲ ਬੈਠੇਗਾ ਕਿ ਕਰੋੜਾਂ ਦੀ ਗੱਡੀ ਜੇ ਫ੍ਰੀ 'ਚ ਮਿਲਦੀ ਕਿਉਂ ਨਾ ਬਵਾ। ਪਰ ਸਟਾਰਟ ਕਰਨ ਤੋਂ ਪਹਿਲਾਂ ਅਗਲਾ ਕਹਦੇ ਕਿ ਦੇਖ ਭਾਈ ਇਹਦੀ ਬ੍ਰੇਕ ਕੋਈ ਨਹੀਂ, ਔਰ ਨਾ ਹੀ ਇਹਨੂੰ ਬ੍ਰੇਕ ਲੱਗ ਸਕਦੀ ਹੈ।
तो फिर कोई मूर्ख ही होਵੇਗਾ ਜਿਹੜਾ पहाड़ी रस्ता ਹੋਵੇ बिना ब्रेकों की गड्डी तो बैठ जाए विच भी इवें दे करोड़ों का करना कि जिंदे नाल जान ही ना बचे। ये बड़ा कीमती मन ते ये तन बड़ा कीमती है। और देखो जिथे तन की गल आवे मन नाल रहना है। असल में असीं मन नूं सवारी बनाउणा सी रब वाले पासे लैके जाण लई। इहनूं ब्रेक मारनी सी गुरु के शब्द की। और बाबा कबीर जी कहते जदों सानूं मन जिथे चाहिए रोकना आ जाए, जेड़े पासे चलाउणा चाहिए चलाउणा आ जाए, तो जेड़े मन नूं लोग बड़ा बुरा कहते हैं, इहनूं वैरी भी किया है, मन तो वैरी है। पर बाबा कबीर जी कहते हैं हकीकत है कि मन वर्गा मित्र भी कोई नहीं। कि मन ही मन सो कहे कबीरा, मन सा मिलिया ना कोई। ये मन ही तो है जिन्हें रब दे घर लैके जाना। हुण सतगुरु जी ने जिहड़ी किरपा की, मन टिकदा क्यों नहीं, मन पाठ विच लगदा क्यों नहीं? क्योंकि इन्हें लगना नहीं। मन की जिहड़ी जायदाद है ना वो होर है। और गुरु साहब जी तो पूछे कि किहड़ी, तो सतगुरु जी ने पावन वचन कहे ने, कहते काम क्रोध लोभ मोह मन लीना। मन तो इन्हां विच लीन होया है। ये तन नूं ते गुरु घर दे विच छड्ड गया, पर किते ना किते मोह दे पिछे भज पिया, किते लोभ दे पिछे भजया फिरदा है। तन नूं छड्ड गया, आप उत्थे रहा नहीं। फिर किरपा करो इस मन नूं किवें समझाइए, ये लगे किवें? हुण देखो गुरु साहब ने सानूं आनंद साहब दे विच एक पावन वचन कहा, होर बड़े ढंग दे नाल समझाया जे समझिए। एक तो शरीर नूं संबोधन करते हैं कि ये शरीरा मेरिया, इस जग में आए क्या तुद कर्म कमाया। शरीर नूं पुछ के आया कहते लिए से कर्म किया क्यों? उत्थे गुरु साहब ने हुण सानूं समझाया है कि देखो शरीर रोगी हो जाए, भुख ना लगे, तो अक्सर आप डॉक्टर को ही जाने ना जी। और डॉक्टर जे हॉस्पिटल दे विच दाखल भी कर लेना, दो गल्लां ने, एक तो खाण पान गलत है, तो दूजा जिहड़ी पाचन शक्ति है वो बिल्कुल कमज़ोर हो चुकी, भुख तां नहीं लगती। और बंदे का खाण पान भी जो देखिए ना, किते बंदा धुआं पींदा है। और धन गुरु कलगीधर पातशाह जी ने 350 साल पहलों सानू कृपा कर दी सी कि गुरु के सिखां दे तो दूर रहना है। अज दे भावें लिखिया जाता, हर थां ते लिखिया होया मिलता है कि तंबाकू तो कैंसर बनता है, कैंसर के रोगी हो सकते हो। और सतगुरु जी ने सानू उदों भी रोकिया सी, कुछ लोगों ने हासा भी बनाया सी कि तू नशा नहीं करना, केसां की बेदबी नहीं करनी। पर जो कुदरत नूं देखी तो एक मनुख ही ऐसा है कि जिन्हें अपने केस भी कट्टे, तो इनके हाथ में जे कोई पशु आ गया छड्डिया उन्होंने भी नहीं। जे पशुओं नूं रब ने किते वार लाए सन, जंगली घोड़े देखो, जंगली ऊंट देखो, कोई ना कोई कारण होवेगा ना रब ने लाए सन। पर जानवरों ने किसी बाजार दे विच जाके नहीं लभ्या कि कैंची कित्थे है, उस तरह कितों मिलता है। बस ये बंदा ही है जेडे जिन्हें केस भी कतल किए, जिन्हें खाण पान ते भी कंट्रोल नहीं किया। और धन गुरु अमरदास जी कहते हैं इवें दा खाण पान जिन्ना मर्जी इहदे विच रचिया रहो, इहदे नाल ना तो तृप्ति होनी है, तो ना ही अंदर दे जेडे स्वाद ने वो पूरे होने ने। जिन्हों गुरु साहब जी कहते हैं ये रसना तू अनरस राच रही, तेरी प्यास ना जाए। इवें दे प्यास जाती नहीं। संसार के पदार्थ बनाओ कि बड़ा स्वाद बनया जी, कल फिर बना लो, फिर बना लो, 2-4 दिन खाओ, फिर ऐसा मूँह तो चढ़ता बंदा कहता कि जीवन में दोबारे इनू बनाओ ना कदे। पर एक रस वो है जे नाम का आ जाए, ये रस फिर जाता नहीं, दिनों दिन चढ़ता है, दिनों दिन वधदा है। हुण सतगुरु जी कृपा करो, ये मन लगता क्यों नहीं? तो जी बेनती कर लगे इस शरीर में भुख ना लगे,
तो फिर डॉक्टर इलाज करता छुट्टी उदों दिंदा कि जदों भुख लगनी शुरू हो जाए कि हुण ठीक है रोगी नहीं, भुख लगती है। तो जे मन नहीं टिकता, पाठ विच मन नहीं लगता, इहदा मतलब मन भी रोगी है। तो मन नूं रोका दा लग्या है। ये धन गुरु अर्जन देव महाराज सच्चे पातशाह जी दे पावन बचन सुखमनी साहब पढ़ते आप रोज़ ही हाँ, पर बाणी जदों तक विचार उधर नूं ध्यान जावे ना, फिर भावें रोज़ ही पढ़ी जाइए। मन नूं किहड़ा रोग लग्या कि ये मन लगता ही नहीं, इनू बाणी पढ़नी चंगी लगती ही नहीं। धन गुरु अर्जन देव जी कहते ने बैर विरोध काम क्रोध मोह ये रोग मन दे ने, मन नूं चंबड़े हुए ने। हुण बैर किन्ना है कि हर किसी नाल जने खने नाल वैर ते विरोध, बस सुभाਅ ही इवें दा मन दा बन गया कि विरोध करना ही करना है, भावें कोई किन्ना चंगा करे बस विरोध करना ही करना है। और राजनीतिक लोगों में तो वेखे ही जाता आम तौर पर, पर धर्म के दुनिया जिहड़े धर्म के लोग जिन्होंने लोग कहते हैं कि धार्मिक लोग ने, उन्होंने नेड़े होकर वेखो शायद इस तो भी ज़्यादा विरोध उन्होंने विच है। काम बैर विरोध काम क्रोध मोह, तो फिर सतगुरु जी अगे कहते हैं झूठ विकार लोभ द्रोह। हुण जे मन इन्हां दे विच फसिया है, मन बीमार है, मन रोगी है, इनू ठीक तो करना पैना है। फिर सतगुरु जी कहते हैं जे इन्हां विच फसिया रह गया तो एक गल चेते रखी, गुरु अर्जन देव जी के पावन वचन आपां विचार रहे हैं। कहते ने याहू जुगत बहाने कई जन्म, शरीर रोगी होवे शरीर की मौत हो जाती, काम खत्म कहानी खत्म, वध तो वध की होएगा मौत ही होएगी ना जी। पर ये जे मन रोगी होया तो गुरु साहब जी कहते हैं एक मौत नहीं, याहू जुगत बहाने कई जन्म। ये फिर पता नहीं किन्ने को जन्म लेने पैने ने, किन्नी को बारी मरना पेगा। और सतगुरु जी कहते हैं बस साईं दे अगे अरदास कर कि ये मन किते जुड़ जाए, ये जिहड़ा जन्म मरण का चक्कर खत्म हो जाए। हुण कई जन्म किवें ने, देखो एक ने किसी साधु नूं सवाल किया कि जिहड़ा बाहर ट्यूबवैल लग्या होया है, और साडे पिंडां 'च तो उहनूं भी कोठी कहंदे सन, छोटा जिहा कमरा बनया हुंदा ना कोठड़ी जी, कि बाहर ट्यूबवैल ते कोठी बनाई है, दूजे चौथे दिन रोज़ उत्थे कोई ना कोई सप आ जांदा है। वो कदे खूह दे विचों निकल आउंदा, कदे कोठी जी दे विच हुंदा है। उन्हें कह दिता कि देख उन्होंने ढा के दोबारे बना लो, थोड़ा जिहा डूंगा पट लियो, कुछ ना कुछ तो उत्थे है ना, रोज़ आउंदा है। हुण भरम दे विच पै गए कि किसी ने जादू टूणा किया होना है कि तुसीं इहनूं मनदे हो, और असल विच है से गुरु का ग्रंथी सिंह। वो कहता इन्हां चीज़ों नूं नहीं मैं मनदा, पर धन गुरु ग्रंथ साहिब जी ने एक किरपा की, उन्होंने वचन किया कि जे सप बार बार आउंदा है फिर उत्ते कुछ ना कुछ तो उन्हें रखी है। याहू जुगत बहाने कई जन्म जे क्या, फिर कुछ ना कुछ तो उत्थे है, तुसीं पट के वेख लो। उन्होंने खैर दोबारे कोठी बनाई, थोड़ी नींह डूंगी पट्टी, तो कई लिफाफिਆਂ ਦੇ ਵਿੱਚ लपेटिया होया, कुछ उत्ते सोना ते चांदी जिहड़ी वो निकली। हुण सप बार बार आउंदा सी, घर वाले फिर पहुंचे ग्रंथी सिंह कोल कि बाबा जी तुसीं ते अंतरजामी हो। उन्हें हथ जोड़ दिते कि अगली गल ना पुछ लियो कि दब्बिया किन्ने सी। अंतरजामी मैं नहीं, अंतरजामी मेरा गुरु अर्जन देव जी है, अंतरजामी भगत त्रिलोचन जी ने। ये गुरु ग्रंथ साहिब जी ने पावन वचन कहे ने कि अंत काल जो लक्ष्मी सिमरै, ऐसे चिंता में जे मरै, सर्प जोन वल वल उतरै। कि ये दब्बिया वड्डे वडेरे नहीं होना, बार बार इत्थे आउंदे ने। ये तो गुरु ग्रंथ साहिब दे वचन ने ना कि जिवें दे मरण वेले अंदर आस होवे, अंदर जिग्यासा होवे, रब खेड़ उवें दी बना दिंदा है।
ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ। ਅਸਲ ਵਿੱਚ ਇਹ ਜੇ ਇਹਨਾਂ ਜਨਮਾਂ ਤੋਂ ਬਚਣਾ ਹੈ, ਯਾਹੂ ਜੁਗਤ ਬਹਾਨੇ ਕਈ ਜਨਮ, ਇਵੇਂ ਦੇ ਕੀੜ ਪਤੰਗਿਆਂ ਵਰਗੇ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ। ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਬਸ ਇੱਕੋ ਹੀ ਕੰਮ ਕਰ, ਅਰਦਾਸ ਕਰ, ਯਾਹੂ ਜੁਗਤ ਬਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਕਰਮ ਦਾ ਅਰਥ ਬਖਸ਼ਿਸ਼, ਆਪਣੀ ਮਿਹਰ ਦੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਬਸ ਆਪਣੇ ਬਣਾ ਕੇ ਰੱਖ ਲਵੋ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਮਨ ਉਸ ਪਾਸੇ ਨੂੰ ਲੱਗਿਆ ਹੀ ਨਹੀਂ, ਉਸ ਸਾਈ ਨੂੰ ਭੁਲਾ ਦਿੱਤਾ, ਬਿਸਰੰਤ ਹਰ ਕੋ ਪਾਲੈ, ਤੇ ਫਿਰ ਕਹਿੰਦੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਤੇ ਭਟਕਦਿਆਂ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ, ਕਿੰਨੇ ਕੁ ਜਨਮ ਲੱਗ ਜਾਣੇ ਨੇ। ਔਰ ਗੁਰੂ ਸਾਹਿਬ ਨੇ ਤੇ ਗੇੜਾ ਵੀ 84 ਲੱਖ ਦਾ ਕਿਹਾ ਹੈ। ਅੱਗੇ ਨਾਲ ਗੁਰੂ ਸਾਹਿਬ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਕੋਤਕ ਕੂੜ ਤਮਾਸਿਆ ਚਿੱਤ ਨ ਆਵਸ ਨਾਉ। ਬਸ ਗੱਲ ਤੇ ਚੇਤੇ ਦੀ ਹੈ ਕਿ ਕਰੋੜਾਂ ਰੰਗ ਤਮਾਸ਼ੇ ਵੇਖੇ, ਪਰ ਉਹ ਰੱਬ ਜਿਹਨੇ ਦਾਤਾਂ ਦਿੱਤੀਆਂ ਉਹ ਕਦੇ ਚੇਤੇ ਨਹੀਂ ਆਇਆ। ਤੇ ਜੇ ਨਹੀਂ ਚੇਤੇ ਆਇਆ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਗੱਲ ਯਾਦ ਰੱਖੀ, ਨਾਨਕ ਕੋੜੇ ਨਰਕ ਬਰਾਬਰੇ। ਫਿਰ ਇਹ ਜੋ ਕੁਛ ਤੈਨੂੰ ਦਿਸਦਾ ਪਿਆ ਕਿ ਸਵਰਗ ਵਰਗਾ ਹੈ, ਬੜਾ ਰੌਣਕ ਮੇਲਾ ਹੈ, ਅਸਲ ਵਿੱਚ ਭਿਆਨਕ ਨਰਕ ਦੇ ਬਰਾਬਰ ਹੈ। ਉਜੜ ਸੋਈ ਥਾਂ, ਫਿਰ ਜਿਹੜੀ ਥਾਂ ਤੇ ਤੂੰ ਵਸਨੇ ਸਵਰਗ ਨਹੀਂ, ਅਸਲ ਵਿੱਚ ਤੇਰੇ ਲਈ ਉਜਾੜ ਹੈ, ਤੇਰੇ ਆਤਮਿਕ ਜੀਵਨ ਲਈ ਉਜਾੜ ਹੈ। ਪੌੜੇ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ। ਸਤਿਗੁਰੂ ਜੀ ਪੌੜੀ ਦੇ ਵਿੱਚ ਪਾਵਨ ਬਚਨ ਕਰਦੇ ਨੇ ਕਿ ਭਾਈ ਅਸਲ ਵਿੱਚ ਜਿਹੜਾ ਇਸ ਪਾਸੇ ਨੂੰ ਚੱਲੇ ਹੀ ਨਹੀਂ, ਜਿਹਨੇ ਇਹ ਮੰਨੇ ਨਹੀਂ ਕੋਈ ਰੱਬ ਹੈ, ਕੋਈ ਗੁਰੂ ਹੈ, ਤੇ ਫਿਰ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ। ਅਸਲ ਵਿੱਚ ਹੈ ਤੇ ਉਜਾੜ, ਭਿਆਨਕ ਜੰਗਲ ਹੈ, ਪਰ ਬੰਦੇ ਨੇ ਇਹਨੂੰ ਬੜਾ ਵੱਡਾ ਸ਼ਹਿਰ ਕਰਕੇ ਸਮਝ ਲਿਆ, ਨਗਰ ਮੰਨ ਲਿਆ ਕਿ ਰੌਣਕਾਂ ਬੜੀਆਂ ਨੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਇਹ ਜਿਹੜੇ ਝੂਠ ਦਾ ਅਰਥ ਹੈ ਜਿਹੜੀ ਨਾਸ ਹੋ ਜਾਣੀ ਹੈ। ਸਾਜੋ ਸਮਾਨ ਇਹ ਸਮਗਰੀ ਵੇਖ ਕੇ ਇਹਨੂੰ ਸੱਚਾ ਸਮਝ ਲਿਆ ਕਿ ਸ਼ਾਇਦ ਇਹੀ ਸਭ ਕੁਝ ਹੈ। ਹੁਣ ਤੁਸੀਂ ਦੇਖੋ ਨਾ, ਇੰਨੇ ਹਜ਼ਾਰ ਕਰੋੜ ਲੱਖਾਂ ਕਰੋੜ ਜਿੰਦੀ ਸਾਨੂੰ ਗਿਣਤੀ ਵੀ ਸ਼ਾਇਦ ਨਹੀਂ ਹੁੰਦੀ, ਕਿ ਪਤਾ ਲੱਗਦਾ ਕਿ ਘਪਲਾ ਕੀਤਾ, ਘਪਲਾ ਕਰਕੇ ਦਬਾ ਲਿਆ। ਵੀ ਤੁਹਾਡੇ ਕਿਤੇ ਧਰਮਰਾਜ ਨਾਲ ਗੱਲ ਹੋ ਚੁੱਕੀ ਹੈ ਕਿ ਜਿੱਦਣ ਮਰਨਾ ਸਾਰਾ ਕੁਝ ਸਾਡਾ ਉੱਥੇ ਟਰਾਂਸਫਰ ਹੋ ਜਾਏਗਾ। ਛਕਣੇ ਦੇ ਦੋ ਪ੍ਰਸ਼ਾਦੇ, ਕਿਉਂਕਿ ਬਸ ਇਹਨੂੰ ਸਮਝ ਲੈ ਕਿ ਸਭ ਕੁਝ ਇਹ ਹੈ। ਝੂਠ ਸਮਗਰੀ ਪੇਖ ਸੱਚ ਕਰ ਜਾਣੇ, ਇਹਨੂੰ ਸੱਚ ਕਰਕੇ ਸਮਝ ਲਿਆ। ਔਰ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਭਾਵੇਂ ਕਿਸੇ ਦੇ ਪੱਲੇ ਕੌਡੀ ਨਹੀਂ ਤੇ ਭਾਵੇਂ ਕਰੋੜਾਂ ਨੇ, ਨਾਂਗੇ ਪਾਓ ਤੇ ਗਏ ਜਿਨ ਕੇ ਲੱਖ ਕਰੋੜ, ਕਿਹੜਾ ਨਾਲ ਲੈ ਗਏ। ਹੁਣ ਗੁਰੂ ਸਾਹਿਬ ਨੇ ਅਖੀਰਲੀਆਂ ਪੰਕਤੀਆਂ ਵਿੱਚ ਫਿਰ ਕੇ ਕਿਰਪਾ ਕੀਤੀ ਹੈ ਕਿ ਕਿਉਂ ਮਨ ਭਟਕਦਾ, ਇਸ ਪਾਸੇ ਲੱਗਦਾ ਨਹੀਂ। ਕਹਿੰਦੇ ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨੇ, ਕਿਉਂਕਿ ਅੰਦਰ ਕਾਮ ਹੈ, ਕ੍ਰੋਧ ਅਹੰਕਾਰ ਨਾਲ ਭਰਿਆ ਪਿਆ ਹੈ। ਦੀਵਾਨਿਆਂ ਦਾ ਅਰਥ ਆਪ ਜੀ ਜਾਣਦੇ ਹੋ ਕਿ ਪਾਗਲਾਂ ਦੀ ਤਰ੍ਹਾਂ ਇਹਨਾਂ ਵਿੱਚ ਫਸ ਕੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ, ਪਰ ਜਿੰਨਾ ਮਰਜ਼ੀ ਪਾਗਲ ਹੋਏ ਨਾ ਪਿੱਛੇ। ਅਖੀਰ ਤੇ ਕਹਿੰਦੇ ਨੇ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਜੰਮਾਂ ਦਾ ਡੰਡਾ ਸਿਰ ਤੇ ਆ ਕੇ ਵੱਜ ਹੀ ਗਿਆ ਫਿਰ ਪਛਤਾਇਆ। ਔਰ ਇਵੇਂ ਦੇ ਪਛਤਾਉਣ ਵਾਲੇ ਬੜੇ ਆਏ। ਸਿਕੰਦਰ ਦੀ ਗਾਥਾ ਆਮ ਸੁਣਾਈ ਜਾਂਦੀ ਕਿ ਇੰਨਾ ਕੁਛ ਜੋੜਿਆ, ਇੰਨੇ ਢੇਰ ਲਾਏ, ਪਰ ਜਾਣ ਲੱਗੇ ਇੱਕੋ ਗੱਲ ਕਹਿ ਦਿੱਤੀ ਸੀ ਕਿ ਹੱਥ ਜਿਹੜੇ ਨੇ ਅਰਥੀ ਤੋਂ ਬਾਹਰ ਰੱਖਿਆ ਜੇ। ਲੋਕਾਂ ਨੂੰ ਪਤਾ ਤੇ ਲੱਗੇ ਏਡਾ ਵੱਡਾ ਬਾਦਸ਼ਾਹ ਜਾਂਦਾ ਹੈ, ਤੇ ਉਹ ਦੇਖੋ ਖਾਲੀ ਹੱਥ ਤੁਰਿਆ ਜਾਂਦਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਫਿਰ ਪਛਤਾਉਂਦਾ, ਔਰ ਉਸ ਪਛਤਾਵੇ ਦਾ ਫਿਰ ਲਾਭ ਕੋਈ ਨਹੀਂ। ਕਿ ਹੁਣ ਤੇ ਚਿੜੀਆਂ ਚੁਗ ਗਈਆਂ ਸਾਰਾ ਕੁਝ, ਹੁਣ ਪਛਤਾਉਣ ਦਾ ਕੀ ਫਾਇਦਾ। ਕਿ ਰਾਖੀ ਕਰਨੀ ਸੀ ਉਦੋਂ ਕਰਨੀ ਸੀ ਜਦੋਂ ਸਰੀਰ ਦੇ ਵਿੱਚ ਸਹਿ ਰਾਖੀ ਕਰਨ ਵਾਸਤੇ ਆਇਆ ਸਹਿ, ਪਰ ਉਦੋਂ ਭੁੱਲ ਗਿਆ।
ਤੇ ਕਿਉਂ ਭੁੱਲਿਆ, ਕਿਉਂ ਅਹੰਕਾਰ ਦੇ ਵਿੱਚ ਪਾਗਲ ਹੋਇਆ, ਕਿਉਂ ਕ੍ਰੋਧ ਦੇ ਵਿੱਚ ਪਾਗਲ ਹੋਇਆ, ਕਿਉਂ ਕਾਮ ਨੇ ਮੱਤ ਮਾਰੀ। ਅਖੀਰ ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿਉਂਕਿ ਬਿਨ ਪੂਰੇ ਗੁਰੂਦੇਵ ਪੂਰੇ ਗੁਰੂ ਨੂੰ ਨਹੀਂ ਮਿਲਿਆ, ਗੁਰੂ ਵਾਲਾ ਨਹੀਂ ਬਣਿਆ। ਤੇ ਭਾਈ ਜੇ ਸਮਝ ਲੱਗ ਜੇ ਤੇ ਗੁਰੂ ਵਾਲੇ ਬਣ ਜਾਈਏ, ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ। ਕਿਉਂਕਿ ਜੇ ਇੰਨੇ ਸਾਲ ਸੁਣ ਕੇ ਵੀ, ਇੰਨੇ ਸਾਲ ਗੁਰੂ ਘਰਾਂ ਦੇ ਵਿੱਚ ਆ ਕੇ ਵੀ ਅਸੀਂ ਖੰਡੇ ਬਾਟੇ ਦੀ ਪਹੁਲ ਤੱਕ ਨਹੀਂ ਲੈ ਸਕਦੇ, ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਡੀ ਹਾਲਤ ਉਵੇਂ ਦੀ ਹੈ ਕਿ ਇੱਕ ਬੰਦਾ ਚੁਰਸਤੇ ਦੇ ਵਿੱਚ ਖੜਾ ਹੈ ਔਰ ਜਣੇ ਖਣੇ ਨੂੰ ਪੁੱਛਦਾ ਹਰ ਕਿਸੇ ਨੂੰ। ਦੇਖੋ ਐਸੇ ਬਹੁਤ ਮਿਲਦੇ ਨੇ ਜਿਹੜੇ ਬਹੁਤ ਪੁੱਛਦੇ ਨੇ ਕਿ ਸਾਡਾ ਮਨ ਨਹੀਂ ਲੱਗਦਾ, ਪਾਠ ਵਿੱਚ ਮਨ ਨਹੀਂ ਲੱਗਦਾ, ਖੰਡੇ ਬਾਟੇ ਦੀ ਪਹੁਲ ਲੈਣੀ ਪਰ ਮਨ ਕਰਦਾ ਹੀ ਨਹੀਂ। ਔਰ ਇਹ ਨਹੀਂ ਕਿ ਇੱਕ ਤੋਂ ਪੁੱਛਿਆ ਤੇ ਬੜਿਆ ਤੋਂ ਦੱਸਿਆ ਵੀ ਸਾਰਿਆਂ ਨੇ, ਪਰ ਉਸ ਪਾਸੇ ਯਤਨ ਕੀਤਾ ਹੀ ਨਹੀਂ ਚੱਲਣ ਦਾ। ਭਾਈ ਸਾਹਿਬ ਜੀ ਕਹਿੰਦੇ ਨੇ ਉਵੇਂ ਦੀ ਹਾਲਤ ਹੈ ਕਿ ਚੌਂਕ ਵਿੱਚ ਖਲੋ ਕੇ ਪੁੱਛੀ ਜਾਏ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ, ਪਈ ਰਸਤਾ ਦੱਸੋ। ਹੁਣ ਮੇਰੇ ਵਰਗੇ ਨੇ ਦੱਸਿਆ ਵੀ ਸਿੱਧਾ ਚੱਲਿਆ ਜਾ, ਬਸ ਰੋਡ ਹੈ 250 ਕਿਲੋਮੀਟਰ ਤੇ ਜਾ ਕੇ ਆਈ ਜਾਣਾ, ਪੈਦਲ ਜਾਏਗਾ ਤਾਂ ਵੀ 2-4 ਦਿਨ 'ਚ ਪਹੁੰਚ ਜਾਣਾ ਹੈ, ਤੇਰੇ ਕੋਲ ਗੱਡੀ ਹੈ ਤਾਂ ਵੀ ਰਸਤਾ ਹੀ ਜਾਂਦਾ ਹੈ। ਦੱਸ ਦਿੱਤਾ ਪਰ ਚੌਂਕ ਤੇ ਖੜਾ ਰਿਹਾ। ਦੂਜਾ ਆਇਆ ਉਹਦੇ ਤੋਂ ਪੁੱਛਿਆ, ਤੀਜਾ ਆਇਆ ਉਹਦੇ ਤੋਂ ਵੀ ਪੁੱਛਿਆ, ਤੇ ਜਦੋਂ ਸ਼ਾਮ ਨੂੰ ਵਾਪਸ ਬੰਦਾ ਪਰਤ ਕੇ ਆਇਆ ਫਿਰ ਪੁੱਛ ਲਿਆ ਕਿ ਰਸਤਾ ਹੀ ਹੈ, ਕਹਿੰਦਾ ਤੈਨੂੰ ਸਵੇਰੇ ਤੇ ਦੱਸਿਆ ਸੀ। ਕਿ ਭਾਈ ਸਾਹਿਬ ਜੀ ਕਹਿੰਦੇ ਨੇ ਐਵੇਂ ਰਸਤਾ ਪੁੱਛਦਿਆਂ ਕੋਈ ਨਹੀਂ ਪਹੁੰਚਦਾ, ਅੱਗੇ ਕਦਮ ਤੇ ਪੱਟਣਾ ਪੈਣਾ ਹੈ। ਔਰ ਭਾਈ ਸਾਹਿਬ ਨੇ ਤੇ ਇੱਥੋਂ ਤੱਕ ਵੀ ਕਿਰਪਾ ਕੀਤੀ, ਜੇ ਤੈਨੂੰ ਸਮਝ ਲੱਗ ਜੇ ਤੂੰ ਇੱਕ ਕਦਮ ਹੀ ਪੱਟੇ ਨਾ ਤੇ ਫਿਰ ਤੈਨੂੰ ਇੰਨੇ ਕਰੋੜਾਂ ਕਦਮ ਪੱਟ ਕੇ ਜਾਣ ਦੀ ਲੋੜ ਹੀ ਨਹੀਂ ਪੈਣੀ, ਗੁਰੂ ਨੇ ਤੇ ਅੱਗੋਂ ਆ ਜਾਣਾ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪੁੱਛਣਾ ਮਾੜੀ ਗੱਲ ਨਹੀਂ, ਪਰ ਭਾਈ ਸਾਹਿਬ ਜੀ ਕਹਿੰਦੇ ਨੇ ਪੂਸ਼ਕ ਪਥਕ ਪਰ ਮਾਰਗ ਨਾ ਧਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਉ ਜਾਈਏ। ਇਕੱਲਾ ਗੱਲਾਂ ਨਾਲ ਪਹੁੰਚੇਗਾ ਭਾਈ, ਇੱਕ ਕਦਮ ਤੇ ਪੱਟਣੇ ਪੈਣਾ ਨਾ। ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਗੁਰੂ ਧਾਰਨ ਨਹੀਂ ਕੀਤਾ, ਗੁਰੂ ਵਾਲਾ ਨਹੀਂ ਬਣਿਆ, ਤੇ ਤਾਂ ਸ਼ੈਤਾਨ ਹੋ ਕੇ ਕਮਲਿਆਂ ਦੀ ਤਰ੍ਹਾਂ ਪਾਗਲਾਂ ਦੇ ਫਿਰਾ ਜੀਵਨ ਇਹ ਬਤੀਤ ਕਰ ਗਿਆ। ਬਿਨ ਪੂਰੇ ਗੁਰੂਦੇਵ ਫਿਰੇ ਸ਼ੈਤਾਨਿਆ। ਔਰ ਇਹ ਸ਼ਬਦ ਕਿਸੇ ਨੇ ਬੜਾ ਸੋਹਣਾ ਵਰਤਿਆ, ਇਨਸਾਨ। ਜਾਂ ਤਾਂ ਬੰਦਾ ਇਨਸਾਨ ਹੈ ਤੇ ਜਾਂ ਫਿਰ ਸ਼ੈਤਾਨ ਹੈ। ਤੇ ਇਨਸਾਨ ਉਹ ਹੈ ਜਿਹਨੇ ਇਨਸਾਨੀਅਤ ਨੂੰ ਸਮਝਿਆ ਤੇ ਜਿਹਨੇ ਰੱਬ ਨੂੰ ਸਮਝਿਆ ਹੈ। ਬਸ ਦੋ ਹੀ ਗੱਲਾਂ ਨੇ, ਜਾਂ ਤੇ ਉਹ ਬਿਲਕੁਲ ਇਨਸਾਨ ਜਿਹੜਾ ਹੈ ਉਹ ਰੱਬ ਬਣਿਆ ਤੇ ਜਾਂ ਸ਼ੈਤਾਨ ਬਣਿਆ ਹੈ। ਕਿਉਂਕਿ ਜਿਹੜਾ ਸਮਝ ਗਿਆ, ਜਿਹੜਾ ਪੜ੍ਹਦਾ ਤੇ ਜ਼ਰੂਰ ਰਿਹਾ ਕਿ ਸਭ ਮੈਂ ਜੋਤ ਹੈ ਸੋਏ ਪਰ ਸਮਝੇ ਹੀ ਨਹੀਂ, ਉਹ ਸ਼ੈਤਾਨ ਹੈ। ਔਰ ਕਮਲਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਗਿਆ। ਜਿਹੜਾ ਇਸ ਗੱਲ ਨੂੰ ਸਮਝ ਗਿਆ, ਇਸ ਰਸਤੇ ਤੇ ਤੁਰ ਪਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਤੇ ਉਹ ਖੇਡਾ ਕਰਨ ਵਾਲਾ ਰੱਬ ਮਿਲੇ ਉਹਨਾਂ ਨੂੰ ਹੈ, ਫਿਰ ਉਹਦਾ ਰੂਪ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।